ਬਖਸ਼ਿਸ਼ ਕਰਨ, ਆਪਣੇ ਨਾਮ ਦੀ ਦਾਤ ਦੇਣ। ਆਓ ਸ਼ਬਦ ਦੀ ਸੰਖੇਪ ਵਿਚਾਰ ਆਪਾਂ ਸਾਂਝੀ ਕੀਤੀ ਹੈ, ਨਾਲ ਅੱਜ ਦਾ ਇਤਿਹਾਸ ਵੀ ਸਾਂਝਾ ਕਰੀਏ। ਜਦੋਂ ਅਸੀਂ ਅਰਦਾਸ ਕਰਦੇ ਹਾਂ ਨਾ, ਇਹ ਬਚਨ ਪੜ੍ਹਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਜਦੋਂ ਬਚਨ ਪੜ੍ਹਦੇ ਹਾਂ ਤੇ ਸਾਰਾ ਇਤਿਹਾਸ ਇਹਦੇ ਵਿੱਚ ਆ ਜਾਂਦਾ ਹੈ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਰਨ ਵਾਲੇ ਤੇ ਸਾਧ ਸੰਗਤ ਹਿੰਦੁਸਤਾਨ ਦੀ ਧਰਤੀ ਤੇ ਬਹੁਤ ਸਾਰੇ ਹਮਲਾਵਰਾਂ ਨੇ ਹਮਲੇ ਕੀਤੇ। ਸਨ 1764 ਈਸਵੀ ਦੇ ਵਿੱਚ ਅਹਿਮਦ ਸ਼ਾਹ ਦੁਰਾਨੀ ਨੇ 7ਵਾਂ ਹਮਲਾ ਕੀਤਾ ਹਿੰਦੁਸਤਾਨ ਤੇ। 7ਵਾਂ ਜਦੋਂ 7ਵਾਂ ਹਮਲਾ ਕੀਤਾ, ਇਹ ਲੁੱਟ ਮਾਰ ਕਰਦਿਆਂ ਕਰਦਿਆਂ ਪੰਜਾਬ ਦੇ ਵੱਲ ਵਧਿਆ। ਜਦੋਂ ਪੰਜਾਬ ਦੀ ਧਰਤੀ ਤੇ ਆਇਆ ਤਾਂ ਇਹਨੂੰ ਇੱਕੋ ਇੱਕ ਖਤਰਾ ਸੀ ਸਿੱਖਾਂ ਤੋਂ। ਕਹਿੰਦੀ ਵੀ ਜੇ ਸਿੱਖਾਂ ਨੂੰ ਖਤਮ ਕਰ ਲਿਆ ਨਾ, ਤਾਂ ਫਿਰ ਹਿੰਦੁਸਤਾਨ ਵਿੱਚ ਲੁੱਟ ਮਚਾਉਣ ਤੋਂ ਸਾਨੂੰ ਹੋਰ ਕੋਈ ਰੋਕ ਨਹੀਂ ਸਕਦਾ। ਇੱਕੋ ਇੱਕ ਕੌਮ ਹੈ ਸਿੱਖ ਕੌਮ, ਜਿਹੜੀ ਬਾਹਰੋਂ ਆਏ ਹਮਲਾਵਰਾਂ ਦਾ ਰਾਹ ਰੋਕ ਲੈਂਦੀ ਸੀ। ਕਹਿੰਦੇ ਪਹਿਲਾਂ ਇਹਨਾਂ ਨੂੰ ਖਤਮ ਕਰੀਏ, ਬਾਕੀ ਫਿਰ ਹਿੰਦੁਸਤਾਨ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਲੁੱਟਾਂਗੇ। ਕਹਿੰਦੇ ਅਹਿਮਦ ਸ਼ਾਹ ਦੁਰਾਨੀ ਨੇ ਜਦੋਂ 7ਵਾਂ ਹਮਲਾ ਕੀਤਾ ਤੇ ਹਮਲਾ ਕਰਦਿਆਂ ਲੁੱਟ ਮਾਰ ਕਰਦਿਆਂ ਕਰਦਿਆਂ ਇਹ ਅੰਮ੍ਰਿਤਸਰ ਵਾਲੇ ਪਾਸੇ ਵਧਿਆ। ਜਦੋਂ ਅੰਮ੍ਰਿਤਸਰ ਵਾਲੇ ਪਾਸੇ ਵਧਿਆ, 30,000 ਦੀ ਗਿਣਤੀ ਵਿੱਚ ਫੌਜ ਨਾਲ ਲੈ ਕੇ ਆਇਆ। ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਉਸ ਵੇਲੇ ਸਿੱਖਾਂ ਦੀ ਗਿਣਤੀ ਬਹੁਤੀ ਨਹੀਂ ਸੀ। ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਪਿੰਡ ਲੀਲ ਸੀ, ਲੀਲ ਪਿੰਡ ਵਾਲੇ ਬਾਬਾ ਗੁਰਬਖਸ਼ ਸਿੰਘ ਜੀ, ਜਿਹੜੇ ਛੋਟੀ ਉਮਰ ਦੇ ਵਿੱਚ ਹੀ ਗੁਰੂ ਘਰ ਨਾਲ ਜੁੜੇ ਹੋਏ ਸਨ, ਕਿਉਂਕਿ 15 ਕੁ ਸਾਲ ਦੀ ਉਮਰ ਸੀ ਜਦੋਂ ਮਾਤਾ ਪਿਤਾ ਜੀ ਚਲਾਣਾ ਕਰ ਗਏ। ਤੇ ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਇਹਨਾਂ ਦੀ ਸੰਗਤ ਵਿੱਚ ਰਹੇ। ਬਾਣੀ ਦੇ ਬਹੁਤ ਰਸੀਏ ਸਨ, ਬੜੇ ਅਭਿਆਸੀ ਸਨ, ਤੇ ਇਹਦੇ ਨਾਲ ਨਾਲ ਸ਼ਸਤਰਾਂ ਦੇ ਬਹੁਤ ਜ਼ਿਆਦਾ ਧਨੀ ਸਨ। ਤੋ ਬਾਬਾ ਗੁਰਬਖਸ਼ ਸਿੰਘ ਜੀ ਲੀਲ, ਇਹ ਹੁਣ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਬਣੇ ਬੁੰਗੇ ਵਿੱਚ ਰਹਿੰਦੇ ਨੇ, ਇੱਥੋਂ ਦੀ ਸੇਵਾ ਸੰਭਾਲ ਕਰਦੇ ਨੇ। ਇੱਧਰ ਅਹਿਮਦ ਸ਼ਾਹ ਦੁਰਾਨੀ ਨੇ ਜਦੋਂ ਹਮਲਾ ਕੀਤਾ, 30,000 ਦਾ ਲਸ਼ਕਰ ਲੈ ਕੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ। ਇਹਦੇ ਨਾਲ ਕਾਜ਼ੀ ਨੂਰ ਮੁਹੰਮਦ ਵੀ ਆਇਆ ਹੈ। ਉਹ ਆਪਣੀ ਲਿਖਤ ਦੇ ਵਿੱਚ ਲਿਖਦਾ ਹੈ, ਕਹਿੰਦਾ ਜਦੋਂ ਅਸੀਂ ਦਰਬਾਰ ਸਾਹਿਬ ਨੂੰ ਘੇਰਾ ਪਾਇਆ ਨਾ ਫੌਜ ਨੇ, ਕਹਿੰਦੇ ਸਾਨੂੰ ਕੋਈ ਵੀ ਕਾਫਰ ਨਜ਼ਰ ਨਹੀਂ ਆਇਆ। ਉਹ ਸਿੱਖਾਂ ਨੂੰ ਕਾਫਰ ਲਿਖਦਾ ਹੈ। ਕਹਿੰਦੇ ਸਾਨੂੰ ਕੋਈ ਵੀ ਕਾਫਰ ਨਜ਼ਰ ਹੀ ਨਾ ਪਿਆ। ਅਸੀਂ ਸੋਚਿਆ ਵੀ ਸਾਰੇ ਖਤਮ ਹੋ ਗਏ ਹੋਣਗੇ, ਇੱਥੇ ਨਜ਼ਰ ਨਹੀਂ ਆ ਰਿਹਾ ਕੋਈ। ਪਰ ਕਹਿੰਦੇ ਕੀ ਵੇਖਿਆ, ਥੋੜੀ ਦੇਰ ਬਾਅਦ ਹੀ ਕਹਿੰਦੇ ਗਿਣਤੀ ਦੇ ਮੁੱਠੀ ਕੁ ਭਰ ਸਿੰਘ ਜਿਹੜੇ ਸਨ, ਕਹਿੰਦਾ ਬਾਹਰ ਨਿਕਲ ਆਏ। 30 ਸਿੰਘ ਸਨ ਕੇਵਲ। ਦੂਜੇ ਪਾਸੇ ਫੌਜ ਕਿੰਨੀ ਹੈ ਜੀ? 30,000। ਹੁਣ ਇੱਕ ਪਾਸੇ 30,000 ਫੌਜ ਹੈ, ਇੱਕ ਪਾਸੇ 30 ਸਿੰਘ ਹਨ। ਅਸਾਵੀਂ ਜੰਗ ਹੈ, ਕੋਈ ਮੁਕਾਬਲਾ ਨਹੀਂ ਹੈ। ਪਰ ਜਦੋਂ ਵੀ ਖਾਲਸੇ ਨੇ ਯੁੱਧ ਕੀਤਾ ਹੈ ਤੇ ਮਹਾਰਾਜ ਦੇ ਜਿਹੜੇ ਬੋਲ ਸਨ, 1.25 ਲੱਖ ਸੇ ਏਕ ਲੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ, ਇਹਨਾਂ ਬੋਲਾਂ ਨੂੰ ਸੱਚ ਕਰਕੇ ਵਿਖਾਇਆ। ਜਿਵੇਂ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਨੇ 10 ਲੱਖ ਦਾ ਟਾਕਰਾ ਕੀਤਾ, ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਵੀ ਜੰਗਾਂ ਹੋਈਆਂ ਜਿਨ੍ਹਾਂ ਦੇ ਵਿੱਚ ਸਿੰਘਾਂ ਦੀ ਗਿਣਤੀ ਬੜੀ ਥੋੜੀ ਸੀ, ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ, ਡਟ ਕੇ ਮੁਕਾਬਲਾ ਕੀਤਾ। ਤੇ ਨੂਰ ਮੁਹੰਮਦ ਲਿਖਦਾ, ਕਹਿੰਦਾ ਜਦੋਂ ਵੇਖਿਆ ਥੋੜੇ ਜਿਹੇ ਮੁੱਠੀ ਕੁ ਭਰ ਸਿੰਘ ਬਾਹਰ ਨਿਕਲ ਆਏ, ਕਹਿੰਦੇ ਉਹਨਾਂ ਦੀ ਗਿਣਤੀ ਬੜੀ ਥੋੜੀ ਸੀ। ਕਹਿੰਦੇ ਇੱਧਰ ਸਾਡੇ ਕੋਲ 30,000 ਫੌਜ ਹੈ। ਉਹਨਾਂ ਨੇ ਸੋਚਿਆ ਕਿ ਇੰਨੇ ਕੁ ਸਿੰਘ ਜਿਹੜੇ ਨੇ ਫੌਜ ਨੂੰ ਵੇਖ ਕੇ ਵੈਸੇ ਡਰ ਕੇ ਭੱਜ ਜਾਣਗੇ। ਪਰ ਕਹਿੰਦਾ ਸਿੰਘਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ
ਕਿ ਇੱਕ ਇੱਕ ਸਿੰਘ ਵੀ ਹੋਵੇ ਉਹ ਵੀ ਡਟ ਜਾਂਦਾ ਹੈ, ਕਦੇ ਡਰ ਕੇ ਮੈਦਾਨ ਛੱਡ ਕੇ ਭੱਜੇ ਨਹੀਂ। ਹੁਣ ਵੇਖੋ ਫਰਕ ਬੜਾ ਸੀ। ਇੱਕ ਪਾਸੇ ਗੁਰੂ ਕੇ 30 ਸਿੰਘ ਜਿਹੜੇ ਨੇ, ਇਹਨਾਂ ਦੇ ਕੋਲ ਰਵਾਇਤੀ ਹਥਿਆਰ ਹਨ, ਇਹਨਾਂ ਕੋਲ ਬਰਛੇ ਨੇ, ਕਿਰਪਾਨਾਂ ਨੇ, ਤੀਰ ਕਮਾਨ ਹੈ, ਤਨ ਦੇ ਉੱਪਰ ਕੋਈ ਸੰਜੋਆਂ ਨਹੀਂ ਪਾਈਆਂ ਹੋਈਆਂ। ਰਵਾਇਤੀ ਹਥਿਆਰ ਲੈ ਕੇ ਇਹ ਡਟ ਗਏ ਮੋਰਚਿਆਂ ਦੇ ਵਿੱਚ। ਤੇ ਦੂਜੇ ਪਾਸੇ ਜਿਹੜੀ 30,000 ਫੌਜ ਹੈ ਨਾ, ਉਹਨਾਂ ਕੋਲ ਬੜੇ ਹਥਿਆਰ ਨੇ ਮਾਰੂ, ਉਹਨਾਂ ਕੋਲ ਬੰਦੂਕਾਂ ਵੀ ਨੇ, ਛੋਟੀਆਂ ਤੋਪਾਂ ਵੀ ਨੇ, ਉਹਨਾਂ ਦੇ ਸਿਪਾਹੀਆਂ ਨੇ ਸਰੀਰ ਦੇ ਉੱਪਰ ਸੰਜੋਆਂ ਵੀ ਪਹਿਨੀਆਂ ਹੋਈਆਂ ਜਿਹਦੇ ਨਾਲ ਕੋਈ ਫੱਟ ਨਾ ਸਰੀਰ ਤੇ ਲੱਗੇ। ਪਰ ਇਧਰ ਗਿਣਤੀ ਦੇ 30 ਸਿੰਘ, ਕਹਿੰਦੇ 30,000 ਦੇ ਲਸ਼ਕਰ ਨੇ ਜਦੋਂ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਤੇ ਜਥੇਦਾਰ ਬਾਬਾ ਗੁਰਬਖਸ਼ ਸਿੰਘ ਜੀ ਲੀਲ, ਇਹਨਾਂ ਨੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ। ਆਖਿਆ ਸਤਿਗੁਰੂ, ਤੇਰੇ ਦਰ ਦੇ ਉੱਪਰ ਦੁਸ਼ਮਣ ਚੜ ਕੇ ਆ ਗਏ ਨੇ ਤੇ ਸਿੱਖ ਕਦੇ ਵੀ ਇਹ ਗੱਲ ਬਰਦਾਸ਼ਤ ਨਹੀਂ ਕਰਦਾ ਕਿ ਉਹਦੇ ਗੁਰਧਾਮਾਂ ਦੇ ਉੱਪਰ ਕੋਈ ਹਮਲਾ ਕਰਨ ਵਾਸਤੇ ਕੋਈ ਚੜ੍ਹਾਈ ਕਰਕੇ ਆਵੇ। ਇਹ ਸਿੱਖ ਦਾ ਬਿਰਧ ਹੈ। ਜੇ ਕੋਈ ਗੁਰਧਾਮਾਂ ਦੇ ਉੱਪਰ ਨਿਮਰਤਾ ਨਾਲ ਮੱਥਾ ਟੇਕਣ ਆਵੇ ਤੇ ਗੁਰਸਿੱਖ ਉਹਦੀ ਸੇਵਾ ਵਿੱਚ ਤਿਆਰ ਬਰ ਤਿਆਰ ਹੋ ਜਾਂਦੇ ਨੇ। ਤੁਸੀਂ ਵੇਖੋ ਬੜੇ ਮਾਣ ਨਾਲ ਹੱਥ ਜੋੜ ਜੋੜ ਕੇ ਕਹਿੰਦੇ, ਭਾਈ ਆਓ ਬੈਠੋ, ਲੰਗਰ ਪਾਣੀ ਛਕੋ, ਹੱਥ ਜੋੜ ਕੇ ਸਿੱਖ ਬੇਨਤੀ ਕਰਦੇ ਨੇ। ਪਰ ਜੇ ਕੋਈ ਚੜ ਕੇ ਆਵੇ ਤੇ ਸਿੰਘ ਫਿਰ ਉਹਦਾ ਮੁਕਾਬਲਾ ਵੀ ਕਰਦੇ ਨੇ। ਦੇਗ ਵੀ ਤਿਆਰ ਰਹਿੰਦੀ, ਗੁਰੂ ਘਰ ਵਿੱਚ ਤੇਗ ਵੀ ਤਿਆਰ ਹੁੰਦੀ ਹੈ। ਇਹ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ ਸੀ, ਗੁਰੂ ਘਰ ਦੇ ਵਿੱਚ ਦੇਗ ਅਤੇ ਤੇਗ ਤਿਆਰ ਹੀ ਰਹਿਣੀ ਚਾਹੀਦੀ ਹੈ। ਜਿਹੜਾ ਕੋਈ ਬਾਹਰੋਂ ਆਇਆ ਲੋੜਵੰਦ, ਉਹਨੂੰ ਦੇਗ ਵੀ ਮਿਲੇ, ਪ੍ਰਸ਼ਾਦ ਵੀ ਮਿਲੇ, ਲੰਗਰ ਵੀ ਮਿਲੇ, ਪਰ ਜਿਹੜਾ ਕੋਈ ਹਮਲਾਵਰ ਚੜ ਕੇ ਆਇਆ ਏ ਉਹਦੇ ਵਾਸਤੇ ਤੇਗ ਵੀ ਤਿਆਰ ਹੋਣੀ ਚਾਹੀਦੀ ਹੈ। ਕਹਿੰਦੇ ਮਹਾਰਾਜ ਚੜ ਕੇ ਆਏ ਨੇ ਤੇ ਕਿਰਪਾ ਕਰੋ, ਤੁਸੀਂ ਆਪ ਰਹਿਮਤ ਕਰੋ, ਜਿੰਨੀ ਦੇਰ ਇਹ ਸਾਡੇ ਸਰੀਰ ਵਿੱਚ ਸਵਾਸ ਚੱਲਦੇ ਨੇ, ਇਹ ਚੜ ਕੇ ਆਏ ਮੁਗਲ ਤੇਰੇ ਘਰ ਵੱਲ ਨਹੀਂ ਆਉਣ ਦਿਆਂਗੇ। ਮਹਾਰਾਜ ਕਿਰਪਾ ਵਾਲਾ ਹੱਥ ਸਾਡੇ ਸਿਰ ਤੇ ਰੱਖਿਓ। ਅਰਦਾਸ ਕਰਕੇ ਸਿੰਘਾਂ ਨੇ ਜਕਾਰੇ ਛੱਡ ਦਿੱਤੇ। ਜਦੋਂ 30 ਸਿੰਘ ਪੂਰੀ ਤਿਆਰੀ ਨਾਲ 30,000 ਮੁਗਲ ਫੌਜਾਂ ਵੱਲ ਵਧੇ ਤੇ ਕਾਜ਼ੀ ਨੂਰ ਮੁਹੰਮਦ ਲਿਖਦਾ ਹੈ, ਕਹਿੰਦਾ ਜਦੋਂ ਇਹ ਸਾਡੇ ਵੱਲ ਵਧ ਰਹੇ ਸਨ ਤਾਂ ਕਹਿੰਦਾ ਇਉਂ ਜਾਪਿਆ ਜਿਵੇਂ ਬੱਬਰ ਸ਼ੇਰ ਹੀ ਆ ਰਹੇ ਹੋਣ। ਕਹਿੰਦੇ 30,000 ਦੀ ਫੌਜ ਦੇ ਵਿੱਚ ਖਲਬਲੀ ਪੈਦਾ ਹੋ ਗਈ, ਸਿੰਘਾਂ ਦਾ ਸਾਹਮਣਾ ਨਾ ਕਰ ਸਕੇ। ਕਹਿੰਦੇ ਉਹ ਫੌਜ ਪਿਛਾਂਹ ਹਟਦੀ ਜਾਵੇ ਤੇ ਸਿੰਘ ਸਾਡੇ ਤੇ ਹਾਵੀ ਹੁੰਦੇ ਜਾਣ। ਕਹਿੰਦੇ ਫਿਰ ਮੁਗਲਾਂ ਨੇ ਇਕੱਠੇ ਹੋ ਕੇ ਨਾ 30,000 ਫੌਜਾਂ ਨੇ 30 ਸਿੰਘਾਂ ਉੱਪਰ ਹਮਲਾ ਕੀਤਾ। ਕਹਿੰਦੇ ਬਹੁਤ ਗਹਿ ਗੱਚ ਦੀ ਲੜਾਈ ਸ਼ੁਰੂ ਹੋ ਗਈ। ਕਹਿੰਦੇ ਇਸ ਲੜਾਈ ਦੇ ਦਰਮਿਆਨ ਸਿੰਘ ਫਿਰ ਥੋੜੀ ਪਿੱਛੇ ਨੂੰ ਹਟ ਗਏ। ਕਹਿੰਦੇ ਪੈਂਤੜਾ ਸੀ ਜੰਗ ਦਾ। ਜਦੋਂ ਸਿੰਘ ਪਿੱਛੇ ਨੂੰ ਹਟੇ ਤੇ ਫੌਜਾਂ ਨੇ ਆਖਿਆ ਵੀ ਸਿੰਘ ਡਰ ਗਏ ਨੇ, ਸ਼ਾਇਦ ਭੱਜ ਜਾਣਗੇ। ਕਹਿੰਦੇ ਥੋੜਾ ਜਿਹਾ ਸਿੰਘ ਪਿਛਾਂ ਨੂੰ ਹਟ ਕੇ ਫਿਰ ਇੱਕੇ ਵਾਰ ਜਕਾਰੇ ਛੱਡੇ ਤੇ ਫਿਰ ਮੁਗਲਾਂ ਦੀ ਫੌਜ ਤੇ ਝਪਟ ਕੇ ਪੈ ਗਏ। ਕਹਿੰਦੇ ਇੰਨੀ ਗਹਿ ਗੱਚ ਦੀ ਲੜਾਈ ਹੋਈ, ਮੁਗਲ ਫੌਜਾਂ ਨੇ ਸਿੰਘਾਂ ਦੇ ਉੱਪਰ ਅੰਨ੍ਹੇਵਾਹ ਤੀਰ ਚਲਾਏ, ਬਰਛਿਆਂ ਦੇ ਵਾਰ, ਕਿਰਪਾਨਾਂ ਦੇ ਵਾਰ। ਕਹਿੰਦੇ ਸਰੀਰਾਂ ਤੇ ਇੰਨੇ ਕੁ ਫੱਟ ਲੱਗੇ ਜਿਵੇਂ ਪਾਣੀ ਦੀ ਭਰੀ ਮਸ਼ਕ ਦੇ ਵਿੱਚ ਸੈਂਕੜੇ ਮੋਰੀਆਂ ਕਰ ਦਈਏ, ਥਾਂ ਥਾਂ ਤੋਂ ਪਾਣੀ ਡੁੱਲ ਰਿਹਾ ਹੁੰਦਾ ਏ। ਕਹਿੰਦੇ ਇਸੇ ਤਰ੍ਹਾਂ ਸਰੀਰ ਦੇ ਉੱਪਰ ਸੈਂਕੜੇ ਫੱਟ ਲੱਗੇ, ਥਾਂ ਥਾਂ ਤੋਂ ਖੂਨ ਨਿਕਲ ਰਿਹਾ ਸੀ। ਕਹਿੰਦੇ 30 ਸਿੰਘ ਜਿਹੜੇ ਸਨ ਵਾਰੀ-ਵਾਰੀ ਕਰਕੇ ਸ਼ਹੀਦ ਹੁੰਦੇ ਜਾ ਰਹੇ ਸਨ, ਪਰ ਕਹਿੰਦੇ ਸਿੰਘਾਂ ਦਾ ਜਿਹੜਾ ਹੌਸਲਾ ਸੀ ਨਾ, ਉਹ ਨਹੀਂ ਟੁੱਟਾ। ਚੜ੍ਹਦੀ ਕਲਾ ਵਿੱਚ ਰਹੇ ਸਿੰਘ। ਕਹਿੰਦੇ ਆਖਰੀ ਸਵਾਸ ਤੱਕ ਇਹ 30 ਸਿੰਘ ਬੜੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹੋਇਆਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਰਹੇ। 30,000 ਜਿਹੜੀ ਫੌਜ ਚੜ੍ਹ ਕੇ ਆਈ ਸੀ, ਬਹੁਤ ਵੱਡੀ ਤਾਦਾਦ ਵਿੱਚ ਉਸ ਫੌਜ ਨੂੰ ਸਿੰਘਾਂ ਨੇ ਖਤਮ ਕਰ ਦਿੱਤਾ। ਤੇ ਬਾਕੀ ਰਹਿੰਦੀ ਫੌਜ ਦਾ ਹੌਸਲਾ ਨਾ ਪਿਆ ਕਿ ਅੱਗੇ ਵਧੀਏ, ਦਰਬਾਰ ਸਾਹਿਬ ਦੇ ਉੱਪਰ ਜਾ ਕੇ ਹਮਲਾ ਕਰੀਏ। ਕਹਿੰਦੇ 30 ਸਿੰਘ ਇਸ ਤਰ੍ਹਾਂ 30,000 ਦਾ ਮੁਕਾਬਲਾ ਕਰਦਿਆਂ ਹੋਇਆਂ 1 ਦਸੰਬਰ ਸਨ 1764 ਨੂੰ ਅੱਜ ਦੇ ਦਿਨ ਇਹ ਸ਼ਹੀਦ ਹੋ ਜਾਂਦੇ ਨੇ। ਸ਼ਹਾਦਤ ਦਾ ਜਾਮ ਪੀਂਦੇ ਜਥੇਦਾਰ ਸਰਦਾਰ ਗੁਰਬਖਸ਼ ਸਿੰਘ ਜੀ ਲੀਲ, ਇਹਨਾਂ ਦੀ ਅਗਵਾਈ ਦੇ ਥੱਲੇ 30 ਸਿੰਘ ਸ਼ਹੀਦ ਹੋਏ।
ਉਹਨਾਂ ਮਰ ਜੀਵੜਿਆਂ ਨੇ ਆਪਣੀ ਕੁਰਬਾਨੀ ਦੇ ਕੇ ਗੁਰਧਾਮਾਂ ਦੀ ਰਾਖੀ ਕੀਤੀ। ਉਹਨਾਂ ਦੀ ਯਾਦ ਵਿੱਚ ਅੱਜ